ਸਤਿ ਸ਼੍ਰੀ ਅਕਾਲ ਜੀ। ਰਮਨ ਕਲਾਸਿਸ ਦੇ ਵਿੱਚ ਤੁਹਾਡਾ ਸਵਾਗਤ ਹੈ। ਆਪਾਂ ਆਪਣੀ ਅੱਜ ਦੀ ਵੀਡੀਓ ਦੇ ਵਿੱਚ ਅਖਾਣ ਬਾਰੇ ਪੜਾਂਗੇ ਕਿ ਅਖਾਣ ਕੀ ਹੁੰਦੇ ਆ। ਸਭ ਤੋਂ ਪਹਿਲਾਂ ਆਪਾਂ ਅਖਾਣ ਦੀ ਪਰਿਭਾਸ਼ਾ ਬਾਰੇ ਪੜ੍ਹਦੇ ਹਾਂ। ਅਖਾਣ ਜਾਂ ਅਖੌਤ ਸ਼ਬਦਾਂ ਦੇ ਉਸ ਸਮੂਹ ਨੂੰ ਕਿਹਾ ਜਾਂਦਾ ਹੈ ਜਿਸ ਵਿੱਚ ਕੋਈ ਅਟਲ ਸੱਚਾਈ ਜਾਂ ਗੂੜਾ ਅਨੁਭਵ ਦੱਸਿਆ ਗਿਆ ਹੋਵੇ। ਭਾਵ ਕੀ ਹੈ ਕਿ ਅਖਾਣ ਜਾਂ ਅਖੌਤ ਉਹ ਹੁੰਦੇ ਨੇ, ਸ਼ਬਦਾਂ ਦੇ ਉਹ ਸਮੂਹ ਹੁੰਦੇ ਆ ਜਿਸ ਵਿੱਚ ਕੀ ਹੈ, ਇੱਕ ਸੱਚਾਈ ਦਿੱਤੀ ਗਈ ਹੁੰਦੀ ਆ। ਅਖਾਣ ਕੀ ਹੈ, ਇੱਕ ਉਹਨਾਂ 'ਚ ਇੱਕ ਸੱਚਾਈ ਹੁੰਦੀ ਆ ਤੇ ਕਿਸੇ ਦੇ ਇੱਕ ਅਨੁਭਵ ਕੀਤੀ ਹੋਈ ਗਈ ਉਹ ਗੱਲ ਹੁੰਦੀ ਆ ਜੋ ਕਿ ਨੇ ਮਿਲ ਕੇ ਅਖਾਣ ਬਣਦੇ ਨੇ। ਇਹਨਾਂ ਨੂੰ ਆਪਾਂ ਕੀ ਕਹਿੰਦੇ ਆ, ਅਖਾਣ ਕਹਿੰਦੇ ਨੇ, ਜਿਨ੍ਹਾਂ ਵਿੱਚ ਕੀ ਹੈ ਕੋਈ ਅਟਲ ਸੱਚਾਈ ਹੋਵੇ ਜਾਂ ਕੀ ਹੈ ਕਿਸੇ ਨੇ ਉਹ ਅਨੁਭਵ ਕੀਤੇ ਹੋਣ, ਉਹ ਕੀ ਹੁੰਦੇ ਆ, ਸਾਡੇ ਅਖਾਣ ਹੁੰਦੇ ਨੇ। ਤੇ ਜਿਹੜੇ ਸਾਡੇ ਅਖਾਣ ਹੁੰਦੇ ਨੇ ਇਹਨਾਂ ਦੀ ਭਾਸ਼ਾ ਕੀ ਹੈ, ਬਹੁਤ ਹੀ ਸਰਲ ਤੇ ਸੰਖੇਪ ਹੁੰਦੀ ਆ, ਜਿਸ ਦੇ ਕਾਰਨ ਕੀ ਇਹ ਲੋਕਾਂ ਦੇ ਮੂੰਹ ਤੋਂ ਆਪ ਮੁਹਾਰੇ ਹੀ ਜਿਹੜੇ ਕੀ ਹੈ ਨਿਕਲਦੇ ਨੇ। ਇਹ ਵੀ ਕੀ ਹੈ ਬੋਲੀ ਦਾ ਸ਼ਿੰਗਾਰ ਹੁੰਦੇ ਨੇ। ਪਰ ਮੁਹਾਵਰਿਆਂ ਦੇ ਨਾਲੋਂ ਇਹਨਾਂ ਦੇ ਵਿੱਚ ਬਹੁਤ ਜ਼ਿਆਦਾ ਅੰਤਰ ਹੈ। ਮੁਹਾਵਰਿਆਂ ਦੇ ਵਿੱਚ ਕੀ ਕੀਤਾ ਜਾਂਦਾ ਹੈ ਕਿ ਇਹਨਾਂ ਦੇ ਅਰਥ ਦੱਸ ਕੇ ਉਹਦੇ ਵਾਕ ਬਣਾਏ ਜਾਂਦੇ ਆ ਮੁਹਾਵਰਿਆਂ ਦੇ ਵਿੱਚ। ਪਰ ਜਿਹੜੇ ਅਖਾਣ ਹੈ ਇਸ ਦੇ ਵਿੱਚ ਕੀ ਆ, ਅਰਥ ਦੱਸ ਕੇ ਵਾਕ ਨਹੀਂ ਬਣਾਏ ਜਾਂਦੇ ਹੁੰਦੇ। ਇਸ ਦੇ ਵਿੱਚ ਕੀ ਦੱਸਿਆ ਜਾਂਦਾ ਹੈਗਾ ਕਿ ਇਹਨਾਂ ਦੀ ਵਰਤੋਂ ਕਦੋਂ ਕੀਤੀ ਜਾਂਦੀ ਹੈ। ਠੀਕ ਹੈ ਜੀ। ਮੁਹਾਵਰੇ ਤੇ ਇਹਨਾਂ ਦੇ ਵਿੱਚ ਬਹੁਤ ਜ਼ਿਆਦਾ ਅੰਤਰ ਹੈ। ਮੁਹਾਵਰੇ ਦੇ ਵਿੱਚ ਵਾਕ ਦੇ ਅਰਥ ਦੱਸ ਕੇ ਫਿਰ ਵਾਕ ਬਣਾਇਆ ਜਾਂਦਾ ਹੈ ਤੇ ਅਖਾਣ ਦੇ ਵਿੱਚ ਕੀ ਦੱਸਿਆ ਜਾਂਦਾ ਕਿ ਇਹਦੀ ਵਰਤੋਂ ਕਦੋਂ ਕੀਤੀ ਜਾਂਦੀ ਹੈ। ਤੇ ਜਿਹੜੇ ਸਾਡੇ ਅਖਾਣ ਨੇ ਇਹਨਾਂ ਦੀ ਵਰਤੋਂ ਕਦੋਂ ਕੀਤੀ ਜਾਂਦੀ ਹੈ, ਇਹ ਕਿਸੇ ਖਾਸ ਮੌਕਿਆਂ ਤੇ ਜਾਂ ਖਾਸ ਵੇਲੇ ਤੇ ਹੀ ਜਿਹੜੀ ਇਹਨਾਂ ਦੀ ਵਰਤੋਂ ਕੀਤੀ ਜਾਂਦੀ ਹੈ। ਤੇ ਇਹ ਤਾਂ ਹੀ ਜ਼ਿਆਦਾ ਜਿਹੜੇ ਕੀ ਆ ਚੰਗੇ ਲੱਗਦੇ ਨੇ ਬੋਲਦੇ ਜਦੋਂ ਆਪਾਂ ਕੀ ਹੈ ਕਿਸੇ ਖਾਸ ਮੌਕੇ ਤੇ ਉਹਨੂੰ ਬੋਲੀਏ। ਠੀਕ ਹੈ ਜੀ। ਕਿ ਜਿਹੜੇ ਮੌਕੇ ਤੇ ਜਿਹੜਾ ਅਖਾਣ ਢੁਕਵਾਂ ਹੈ ਜਦੋਂ ਆਪਾਂ ਉਹ ਬੋਲੀਏ ਤਾਂ ਉਹਦਾ ਵਜ਼ਨ ਜ਼ਿਆਦਾ ਹੁੰਦਾ ਹੈ। ਇਸ ਲਈ ਸਾਨੂੰ ਕੀ ਇਹ ਚੀਜ਼ਾਂ ਧਿਆਨ ਰੱਖਣੀਆਂ ਚਾਹੀਦੀਆਂ ਨੇ ਕਿ ਕਿਹੜੇ ਮੌਕੇ ਤੇ ਕਿਹੜੇ ਵੇਲੇ ਤੇ ਕਿਹੜਾ ਅਖਾਣ ਵਰਤਿਆ ਜਾਂਦਾ ਹੈ। ਤੇ ਅੱਜ ਆਪਾਂ ਕੁਝ ਅਖਾਣਾਂ ਬਾਰੇ ਪੜਾਂਗੇ। ਪਹਿਲਾ ਹੈਗਾ ਉਲਟਾ ਚੋਰ ਕੋਤਵਾਲ ਨੂੰ ਡਾਂਟੇ। ਠੀਕ ਹੈ ਜੀ। ਇਹਦਾ ਕੀ ਮਤਲਬ ਹੈ ਕਿ ਜਿਹੜਾ ਕਸੂਰਵਾਰ ਹੈ, ਜਿਸਨੇ ਕਸੂਰ ਕੀਤਾ, ਉਹ ਕੀ ਹੈ ਕਿਸੇ ਬੇਕਸੂਰ ਨੂੰ ਡਾਂਟੇ। ਇਸ ਲਈ ਆਪਾਂ ਕਹਿੰਦੇ ਕਿ ਉਲਟਾ ਚੋਰ ਕੋਤਵਾਲ ਨੂੰ ਡਾਂਟੇ, ਕਿ ਚੋਰੀ ਕੋਈ ਹੋਰ ਕਰਦਾ ਹੈ ਪਰ ਉਹ ਚੋਰ ਕਿਸ ਨੂੰ ਡਾਂਟ ਕਿਸੇ ਹੋਰ ਨੂੰ ਰਿਹਾ ਹੈ। ਭਾਵ ਕੀ ਹੈ ਕਿ ਖੁਦ ਕਸੂਰਵਾਰ ਹੈ ਪਰ ਦੂਜੇ ਨੂੰ ਕੀ ਹੈ ਡਾਂਟ ਰਿਹਾ। ਆਟੇ ਨਾਲ ਘੁਣ ਵੀ ਪਿਸ ਜਾਂਦਾ ਹੈ। ਭਾਵ ਕੀ ਹੈ ਕਿ ਕਿਸੇ ਇੱਕ ਇਨਸਾਨ ਦੀ ਗਲਤੀ ਨਾਲ ਕੀ ਹੈ ਬਾਕੀਆਂ ਨੂੰ ਵੀ ਸਜ਼ਾ ਮਿਲਦੀ ਹੈ ਜਾਂ ਬਾਕੀ ਨੂੰ ਵੀ ਕੀ ਹੈ ਉਸ ਚੀਜ਼ ਦੇ ਵਿੱਚੋਂ ਗੁਜ਼ਰਨਾ ਪੈਂਦਾ। ਭਾਵ ਕੀ ਹੈ ਇੱਕ ਜਣਾ ਗਲਤੀ ਕਰਦਾ, ਜਿਵੇਂ ਕਲਾਸ ਦੇ ਵਿੱਚ ਕੀ ਹੈ ਇੱਕ ਬੱਚਾ ਸ਼ੋਰ ਮਚਾਉਂਦਾ ਪਰ ਸਜ਼ਾ ਕੀ ਹੈ ਪੂਰੀ ਕਲਾਸ ਨੂੰ ਮਿਲਦੀ ਹੈ। ਇਸ ਲਈ ਕੀ ਕਿਹਾ ਜਾਂਦਾ ਹੈ ਕਿ ਆਟੇ ਨਾਲ ਘੁਣ ਵੀ ਪਿਸ ਜਾਂਦਾ ਹੈ। ਜੈਸੀ ਸੰਗਤ ਵੈਸੀ ਰੰਗਤ। ਭਾਵ ਕੀ ਹੈ ਕਿ ਜਦੋਂ ਕਿਵੇਂ ਕਿਹਾ ਜਾਂਦਾ ਹੈ ਕਿ ਅਸੀਂ ਜਿਸ ਤਰ੍ਹਾਂ ਦੇ ਮਾਹੌਲ ਵਿੱਚ ਰਹਿੰਦੇ ਆ, ਜਿਸ ਤਰ੍ਹਾਂ ਦੇ ਸਾਡੇ ਦੋਸਤ ਹੁੰਦੇ ਆ, ਜਿਸ ਤਰ੍ਹਾਂ ਦਾ ਸਾਡਾ ਆਲੇ ਦੁਆਲਾ ਵਾਤਾਵਰਨ ਹੁੰਦਾ ਹੈ, ਉਸ ਅਨੁਸਾਰ ਹੀ ਸਾਡੀ ਕੀ ਹੈ ਰੰਗਤ ਹੋ ਜਾਂਦੀ ਹੈ। ਭਾਵ ਕੀ ਹੈ ਜਿਹੇ ਜਿਹੀ ਅਸੀਂ ਸੰਗਤ ਕਰਦੇ ਆ ਉਸ ਤਰ੍ਹਾਂ ਦਾ ਹੀ ਸਾਡਾ ਨੇਚਰ ਕੀ ਹੈ ਬਣ ਜਾਂਦਾ। ਇਸ ਲਈ ਕੀ ਕਹਿੰਦੇ ਆ ਕਿ ਜੈਸੀ ਸੰਗਤ ਵੈਸੀ ਰੰਗਤ। ਝੂਠ ਦੇ ਪੈਰ ਨਹੀਂ ਹੁੰਦੇ। ਭਾਵ ਕੀ ਹੈ ਕਿ ਸੱਚ ਨੂੰ ਦਬਾਉਣ ਲਈ ਤੁਸੀਂ ਜਿੰਨੇ ਮਰਜ਼ੀ ਝੂਠ ਬੋਲੋ ਪਰ ਕੀ ਆ ਝੂਠ ਬਹੁਤੀ ਦੇਰ ਨਹੀਂ ਟਿਕਦਾ। ਇਸ ਲਈ ਕੀ ਕਹਿੰਦੇ ਆ ਕਿ ਝੂਠ ਦੇ ਪੈਰ ਨਹੀਂ ਹੁੰਦੇ, ਕਿ ਤੁਸੀਂ ਇੱਕ ਝੂਠ ਨੂੰ ਛੁਪਾਉਣ ਦੇ ਲਈ ਹੋਰ ਬਹੁਤ ਜ਼ਿਆਦਾ ਝੂਠ ਬੋਲਦੇ ਹੋ ਪਰ ਫਿਰ ਵੀ ਕੀ ਆ ਸੱਚ ਸਾਹਮਣੇ ਆ ਜਾਂਦਾ। ਇਸ ਲਈ ਕੀ ਕਹਿੰਦੇ ਹੁੰਦੇ ਆ ਕਿ ਝੂਠ ਦੇ ਪੈਰ ਨਹੀਂ ਹੁੰਦੇ। ਖਰਬੂਜੇ ਨੂੰ ਦੇਖ ਕੇ ਖਰਬੂਜਾ ਰੰਗ ਫੜਦਾ ਹੈ। ਠੀਕ ਹੈ ਜੀ। ਕਿ ਜਦੋਂ ਕਿਸੇ ਨੂੰ ਦੇਖ ਕੇ ਕੋਈ ਆਪਣਾ ਰੰਗ ਰੂਪ ਬਦਲ ਲਵੇ, ਠੀਕ ਹੈ ਜੀ, ਕਿ ਉਹਦੇ ਵਰਗਾ ਨੇਚਰ ਕਰ ਲਵੇ ਆਪਣਾ। ਠੀਕ ਹੈ ਜੀ। ਕਿ ਅਗਰ ਕੋਈ ਗਲਤ ਕੰਮ ਕਰ ਰਿਹਾ ਤਾਂ ਦੂਜਾ ਵੀ ਦੇਖ ਕੇ ਉਹਦੇ ਅਕੋਰਡਿੰਗ ਉਹੀ ਕੰਮ ਕਰਨ ਲੱਗ ਜਾਵੇ ਤਾਂ ਉਦੋਂ ਕੀ ਕਿਹਾ ਜਾਂਦਾ ਕਿ ਖਰਬੂਜੇ ਨੂੰ ਦੇਖ ਕੇ ਹੀ ਖਰਬੂਜਾ ਰੰਗ ਫੜਦਾ ਹੈ। ਘੜੇ ਨੂੰ ਹੱਥ ਲਾਇਆ ਸਾਰਾ ਟੱਬਰ ਤਿਹਾਇਆ। ਭਾਵ ਕੀ ਆ ਕਿ ਜਦੋਂ ਇੱਕ ਕੰਮ ਨੂੰ ਕਰਨ ਲੱਗਦੇ, ਇੱਕ ਚੀਜ਼ ਨੂੰ ਅਸੀਂ ਫੜਦੇ ਆ ਤਾਂ ਸਾਰੇ ਕੀ ਆ ਉਹੀ ਚੀਜ਼ ਨੂੰ ਮੰਗਣ ਲੱਗ ਜਾਂਦੇ ਆ। ਇਹ ਤੁਸੀਂ ਬਹੁਤ ਵਾਰ ਸੁਣਿਆ ਹੋਣਾ ਕਿ ਘਰ ਦੀ ਐਗਜ਼ਾਮਪਲ ਲੈ ਲੈਂਦੇ ਆ ਕਿ ਤੁਸੀਂ ਕੁਝ ਇੱਕ ਚੀਜ਼ ਕਰਦੇ ਹੋ ਜਾਂ ਪਾਣੀ ਪੀਣ ਜਾਂਦੇ ਹੋ ਜਾਂ ਚਾਹ ਲੈਣ ਜਾਂਦੇ ਹੋ ਤਾਂ ਕੀ ਆ ਕਿ ਤੁਸੀਂ ਉੱਠਦੇ ਹੋ ਤਾਂ ਸਾਰੇ ਜਣੇ ਤੁਹਾਨੂੰ ਕੀ ਆ ਕਹਿ ਦਿੰਦੇ ਕਿ ਮੈਨੂੰ ਵੀ ਪਾਣੀ ਪਿਲਾ, ਮੈਨੂੰ ਵੀ ਪਾਣੀ ਪਿਲਾ। ਤਾਂ ਇਸ ਲਈ ਆਪਾਂ ਉੱਥੇ ਕੀ ਬੋਲ ਦਿੰਦੇ ਆ ਕਿ ਘੜੇ ਨੂੰ ਹੱਥ ਲਾਇਆ ਸਾਰਾ ਟੱਬਰ ਤਿਹਾਇਆ। ਭਾਵ ਕੀ ਆ ਕਿ ਜਦੋਂ ਅਸੀਂ ਕਿਸੇ ਕੰਮ ਨੂੰ ਕਰਦੇ ਆ ਤਾਂ ਉਸ ਨੂੰ ਦੇਖ ਕੇ ਦੂਜੇ ਵੀ ਸਾਨੂੰ ਉਹੀ ਡਿਮਾਂਡ ਕਰਨ ਉਹੀ ਚੀਜ਼ ਦੀ, ਤਾਂ ਉਦੋਂ ਕੀ ਕਿਹਾ ਜਾਂਦਾ ਹੈ ਕਿ ਘੜੇ ਨੂੰ ਹੱਥ ਲਾਇਆ ਸਾਰਾ ਟੱਬਰ ਤਿਹਾਇਆ। ਜਾਂਦੇ ਚੋਰ ਦੀ ਲੰਗੋਟੀ ਹੀ ਸਹੀ। ਭਾਵ ਕੀ ਆ ਕਿ ਬਹੁਤ ਜ਼ਿਆਦਾ ਨੁਕਸਾਨ ਦੇ ਵਿੱਚੋਂ ਸਾਨੂੰ ਫੇਰ ਵੀ ਕੁਝ ਕੁ ਫਾਇਦਾ ਹੋ ਜਾਵੇ ਤਾਂ ਉਦੋਂ ਕਹੇ ਜਾਂਦਾ ਹੈ ਕਿ ਜਾਂਦੇ ਚੋਰ ਦੀ ਲੰਗੋਟੀ ਹੀ ਸਹੀ।
ਭਾਵ ਕੀ ਹੈ ਕਿ ਬਹੁਤ ਜ਼ਿਆਦਾ ਨੁਕਸਾਨ ਹੋ ਜਾਵੇ ਤੇ ਉਹਦੇ ਵਿੱਚੋਂ ਕੁਝ ਕੁ ਨੁਕਸਾਨ ਦੀ ਜਿਹੜੀ ਕੀ ਹੈ ਭਰਪਾਈ ਹੋ ਜਾਵੇ ਤਾਂ ਕਹਿੰਦੇ ਆ ਕਿ ਜਾਂਦੇ ਚੋਰ ਦੀ ਲੰਗੋਟੀ ਹੀ ਸਹੀ। ਜਿਸ ਦੀ ਕੋਠੀ ਦਾਣੇ ਉਸਦੇ ਕਮਲੇ ਵੀ ਸਿਆਣੇ। ਭਾਵ ਕੀ ਹੈ ਕਿ ਜਿਹੜੇ ਤਾਂ ਅਮੀਰ ਹੁੰਦੇ ਨੇ ਲੋਕ, ਇਹਦੇ ਚ ਆਪਾਂ ਇਹ ਐਗਜ਼ਾਮਪਲ ਦੇ ਸਕਦੇ ਹਾਂ ਕਿ ਜਿਹੜੇ ਪੈਸੇ ਵਾਲੇ ਲੋਕ ਹੁੰਦੇ ਨੇ ਉਹਦੇ ਕੀ ਆ, ਉਹਦੇ ਜਿਹੜੇ ਕਮਲੇ ਨੇ ਉਹ ਵੀ ਕੀ ਆ ਸਿਆਣੇ ਮੰਨੇ ਜਾਂਦੇ ਨੇ। ਠੀਕ ਹੈ ਜੀ, ਕਿ ਜਿਹਦੇ ਕੋਲ ਪੈਸਾ ਉਹਦੇ ਕਮਲੇ ਵੀ ਸਿਆਣੇ ਮੰਨੇ ਜਾਂਦੇ ਆ ਤੇ ਜਿਹੜਾ ਕੋਈ ਗਰੀਬ ਹੈ ਉਹਦੀ ਸਹੀ ਗੱਲ ਨੂੰ ਵੀ ਕੀ ਆ ਲੋਕ ਗਲਤ ਸਮਝਦੇ ਨੇ। ਇਸ ਲਈ ਕੀ ਕਿਹਾ ਜਾਂਦਾ ਹੈ ਕਿ ਜਿਸ ਦੀ ਕੋਠੀ ਦਾਣੇ ਉਸਦੇ ਕਮਲੇ ਵੀ ਸਿਆਣੇ। ਨਵਾਂ 9 ਦਿਨ ਪੁਰਾਣਾ 100 ਦਿਨ। ਇਹ ਕੀ ਕਦੋਂ ਕਿਹਾ ਜਾਂਦਾ ਹੈ? ਜਦੋਂ ਅਸੀਂ ਕੋਈ ਨਵੀਂ ਚੀਜ਼ ਲੈਣੀ ਹੋਵੇ ਤਾਂ ਉਦੋਂ ਕੀ ਕਹਿੰਦੇ ਆ ਕਿ ਜਿਹੜੀ ਸਾਡੀ ਪੁਰਾਣੀ ਚੀਜ਼ ਆ ਉਹ ਜ਼ਿਆਦਾ ਵਧੀਆ। ਕਿਉਂ? ਕਿਉਂਕਿ ਕਹਿੰਦੇ ਕਿ ਜਿਹੜਾ ਨਵਾਂ ਉਹਦਾ ਤਾਂ ਸਿਰਫ 9 ਦਿਨ ਹੁੰਦੇ ਆ ਪਰ ਪੁਰਾਣਾ ਕੀ ਆ 100 ਦਿਨ ਚੱਲਦਾ। ਇਸ ਲਈ ਇਹ ਕਿਹਾ ਜਾਂਦਾ ਅਖਾਣ ਕਿ ਨਵਾਂ 9 ਦਿਨ ਪੁਰਾਣਾ 100 ਦਿਨ। ਨਾਤੀ ਧੋਤੀ ਰਹਿ ਗਈ ਮੂੰਹ ਤੇ ਮੱਖੀ ਬਹਿ ਗਈ। ਕਿ ਜਦੋਂ ਅਸੀਂ ਬਹੁਤ ਜ਼ਿਆਦਾ ਉਮੀਦ ਲੈ ਕੇ ਕਿਸੇ ਚੀਜ਼ ਨੂੰ ਕਰਨਾ ਹੋਵੇ ਜਾਂ ਕਿਤੇ ਜਾਣਾ ਹੋਵੇ ਤਾਂ ਲਾਸਟ ਵਿੱਚ ਕੀ ਆ ਸਾਡਾ ਪਲਾਨ ਕੈਨਸਲ ਹੋ ਜਾਵੇ ਤਾਂ ਉਦੋਂ ਅਸੀਂ ਕੀ ਕਹਿੰਦੇ ਆ ਕਿ ਨਾਤੀ ਧੋਤੀ ਰਹਿ ਗਈ ਮੂੰਹ ਤੇ ਮੱਖੀ ਬਹਿ ਗਈ। ਭਾਵ ਕੀ ਹੈ ਕਿ ਜਿਹੜੀ ਚੀਜ਼ ਲਈ ਅਸੀਂ ਬਹੁਤ ਜ਼ਿਆਦਾ ਉਤਸ਼ਾਹਿਤ ਹੁੰਦੇ ਆ ਲਾਸਟ ਵਿੱਚ ਉਹੀ ਸਾਡਾ ਪਲਾਨ ਕੈਨਸਲ ਹੋ ਜਾਵੇ ਤਾਂ ਇਹ ਅਖਾਣ ਵਰਤਿਆ ਜਾਂਦਾ। ਬਹੁਤੇ ਘਰਾਂ ਦਾ ਪ੍ਰਾਹੁਣਾ ਭੁੱਖਾ। ਮਤਲਬ ਕਿ ਜਿਹੜਾ ਇੱਕ ਇਨਸਾਨ ਬਹੁਤ ਜ਼ਿਆਦਾ ਲੋਕਾਂ ਤੋਂ ਕੀ ਆ ਉਮੀਦ ਰੱਖੇ। ਠੀਕ ਹੈ ਜੀ, ਕਿ ਹਰ ਇੱਕ ਤੋਂ ਉਮੀਦ ਰੱਖਦਾ ਫਿਰੇ ਤਾਂ ਕੀ ਕਿਹਾ ਜਾਂਦਾ ਕਿ ਬਹੁਤੇ ਘਰਾਂ ਦਾ ਪ੍ਰਾਹੁਣਾ ਭੁੱਖਾ। ਕਿ ਇੱਕ ਚੀਜ਼ ਤੇ ਨਾ ਖੜੇ, ਹਰ ਵਾਰ ਕੀ ਆ ਵਾਰੀ-ਵਾਰੀ ਸਭ ਦੇ ਲਈ ਉਹੀ ਉਮੀਦ ਰੱਖੇ ਤਾਂ ਕਹਿੰਦੇ ਆ ਕਿ ਬਹੁਤੇ ਘਰਾਂ ਦਾ ਪ੍ਰਾਹੁਣਾ ਭੁੱਖਾ। ਬਿੱਲੀ ਸਹਾਣੇ ਦੁੱਧ ਨਹੀਂ ਜੰਮਦਾ। ਭਾਵ ਕੀ ਆ ਕਿ ਜਿਹੜੇ ਖਾਣ ਵਾਲੇ ਹੋਣ ਉਹਨਾਂ ਸਾਹਮਣੇ ਕੀ ਆ ਖਾਣ ਦੀ ਚੀਜ਼ ਨਹੀਂ ਰਹਿੰਦੀ। ਇਹਦੇ ਲਈ ਅਸੀਂ ਇੱਕ ਬੱਚੇ ਦੀ ਐਗਜ਼ਾਮਪਲ ਲੈ ਲੈਂਦੇ ਹਾਂ ਕਿ ਤੁਸੀਂ ਬੱਚੇ ਸਾਹਮਣੇ ਇੱਕ ਚਾਕਲੇਟ ਰੱਖ ਦਿਓ। ਠੀਕ ਹੈ, ਤੁਹਾਨੂੰ ਉਹ ਚਾਕਲੇਟ ਕੀ ਉੱਥੇ ਨਹੀਂ ਮਿਲੇਗੀ। ਕਿਉਂ? ਕਿਉਂਕਿ ਬੱਚੇ ਚਾਕਲੇਟ ਕਦੇ ਵੀ ਨਹੀਂ ਛੱਡਦੇ, ਉਹਨੂੰ ਖਾਣਗੇ ਹੀ ਖਾਣਗੇ। ਇਸ ਲਈ ਕੀ ਕਿਹਾ ਜਾਂਦਾ ਕਿ ਬਿੱਲੀ ਸਰਾਣੇ ਦੁੱਧ ਨਹੀਂ ਜੰਮਦਾ। ਬਿਨਾਂ ਰੋਇਆ ਮਾਂ ਵੀ ਦੁੱਧ ਨਹੀਂ ਦਿੰਦੀ। ਮਤਲਬ ਕਿ ਕੀ ਆ ਬਿਨਾਂ ਯਤਨ ਕੀਤੇ ਬਿਨਾਂ ਮਿਹਨਤ ਕੀਤੇ ਸਾਨੂੰ ਕੀ ਆ ਕੁਝ ਵੀ ਨਹੀਂ ਮਿਲ ਸਕਦਾ। ਕਿ ਮਾਂ ਵੀ ਦੁੱਧ ਕਦੋਂ ਦਿੰਦੀ ਆ? ਜਦੋਂ ਬੱਚਾ ਰੋ ਰਿਹਾ ਹੋਵੇ। ਠੀਕ ਹੈ ਜੀ, ਬੱਚਾ ਰੋਂਦਾ ਕਿਉਂ ਰੋਂਦਾ? ਤਾਂ ਕਿ ਉਹਨੂੰ ਪਤਾ ਹੁੰਦਾ ਮੈਂ ਰੋਵਾਂਗਾ ਤਾਂ ਹੀ ਮੈਨੂੰ ਕੁਝ ਮਿਲੇਗਾ। ਇਸ ਲਈ ਕੀ ਆ ਹਰ ਕੰਮ ਦੇ ਲਈ ਕੁਝ ਨਾ ਕੁਝ ਮਿਹਨਤ ਕਰਨੀ ਪੈਂਦੀ ਹੈ ਤਾਂ ਹੀ ਸਾਨੂੰ ਕੀ ਆ ਉਹ ਕੰਮ ਦੇ ਵਿੱਚ ਸਫਲਤਾ ਮਿਲਦੀ ਹੈ। ਮਨ ਜਿੱਤੇ ਜਗ ਜੀਤ। ਇਹ ਤਾਂ ਤੁਸੀਂ ਬਹੁਤ ਵਾਰ ਸੁਣਿਆ ਹੋਣਾ ਕਿ ਅਗਰ ਅਸੀਂ ਆਪਣੇ ਮਨ ਨੂੰ ਜਿੱਤ ਲੈਂਦੇ ਆ ਤਾਂ ਉਹਦੇ ਨਾਲ ਕੀ ਆ ਸਾਡਾ ਜੱਗ ਵੀ ਜਿੱਤਿਆ ਜਾਂਦਾ। ਕਿ ਆਪਣੇ ਮਨ ਦੇ ਉੱਪਰ ਕੰਟਰੋਲ ਹੋਣਾ ਬਹੁਤ ਜ਼ਰੂਰੀ ਹੈ। ਵਿਦਿਆ ਵਿਚਾਰੀ ਤਾਂ ਪਰਉਪਕਾਰੀ। ਇਹ ਤੁਸੀਂ ਬਹੁਤ ਵਾਰ ਸਕੂਲ ਦੇ ਬਾਹਰ ਜਾਂ ਕਿਤੇ ਵੀ ਇਹ ਦੇਖੀ ਹੋਣੀ ਹੈ ਲਿਖੀ। ਇਹਦਾ ਕੀ ਹੈ ਕਿ ਜਿਹੜੀ ਵਿਦਿਆ ਹੈ ਜਿਹੜੀ ਸਿੱਖਿਆ ਹੈ ਉਹ ਸਾਨੂੰ ਕੀ ਬਣਾਉਂਦੀ ਹੈ? ਸਾਨੂੰ ਨੇਕ ਤੇ ਇੱਕ ਪਰਉਪਕਾਰੀ ਇਨਸਾਨ ਹੈ ਜਿਹੜਾ ਉਹ ਬਣਾਉਂਦੀ ਹੈ। ਇਸ ਲਈ ਕਿਹਾ ਜਾਂਦਾ ਕਿ ਜਿਹੜੀ ਵਿਦਿਆ ਹੈ ਉਹ ਤਾਂ ਵਿਚਾਰੀ ਕੀ ਹੈ? ਪਰਉਪਕਾਰੀ ਹੈ। ਅਕਲਾਂ ਬਾਝੋਂ ਖੂਹ ਖਾਲੀ। ਇਹ ਕਦੋਂ ਅਖਾਣ ਵਰਤਿਆ ਜਾਂਦਾ? ਜਦੋਂ ਅਸੀਂ ਕਿਸੇ ਨੂੰ ਕਹਿਣਾ ਹੋਵੇ ਕਿ ਇਹਨੂੰ ਤਾਂ ਬਿਲਕੁਲ ਹੀ ਅਕਲ ਨਹੀਂ, ਕਿਸੇ ਦੀ ਅਕਲ ਦੇ ਉੱਪਰ ਕੁਐਸਚਨ ਕਰਨਾ ਹੋਵੇ ਤਾਂ ਉਦੋਂ ਕਹਿੰਦੇ ਆ ਕਿ ਅਕਲਾਂ ਬਾਝੋਂ ਖੂਹ ਖਾਲੀ। ਭਾਵ ਕੀ ਹੈ ਇਹਦੇ 'ਚ ਤਾਂ ਬਿਲਕੁਲ ਹੀ ਅਕਲ ਨਹੀਂ ਹੈ। ਆਪ ਕਾਜ ਮਹਾਕਾਜ। ਇਹ ਅਖਾਣ ਉਦੋਂ ਵਰਤਿਆ ਜਾਂਦਾ ਜਦੋਂ ਅਸੀਂ ਕਿਸੇ ਨੂੰ ਕਹਿਣਾ ਹੋਵੇ ਕਿ ਆਪਣੇ ਹੱਥੀ ਕੰਮ ਕੀਤੇ ਦਾ ਹੀ ਕੀ ਆ ਸਫਲਤਾ ਮਿਲਦੀ ਹੈ। ਕਿ ਜਦੋਂ ਅਸੀਂ ਖੁਦ ਕੰਮ ਕਰਦੇ ਆ ਤਾਂ ਉਹਦੇ ਨਾਲ ਕੀ ਆ ਸਾਨੂੰ ਸਫਲਤਾ ਮਿਲਦੀ ਹੈ ਤਾਂ ਉਹ ਕੰਮ ਕੀ ਆ ਵਧੀਆ ਤਰੀਕੇ ਨਾਲ ਹੁੰਦਾ ਹੈ। ਕਿ ਆਪ ਕਾਜ ਮਹਾਕਾਜ। ਆਪ ਕੀਤੇ ਹੋਏ ਕੰਮ ਦੀ ਹੀ ਵਡਿਆਈ ਹੁੰਦੀ ਹੈ। ਇੱਕ ਅਨਾਰ 100 ਬਿਮਾਰ। ਭਾਵ ਕੀ ਹੈ ਕਿ ਚੀਜ਼ ਥੋੜੀ ਹੈ ਤੇ ਉਸ ਨੂੰ ਲੈਣ ਵਾਲੇ ਖਰੀਦਦਾਰ ਬਹੁਤ ਜ਼ਿਆਦਾ ਨੇ। ਇਸ ਲਈ ਉੱਥੇ ਕੀ ਕਿਹਾ ਜਾਂਦਾ ਹੈ ਕਿ ਇੱਕ ਅਨਾਰ ਹੈ ਤੇ 100 ਜਣੇ ਬਿਮਾਰ ਹੈ। ਭਾਵ ਕੀ ਹੈ ਕਿ ਚੀਜ਼ ਥੋੜੀ ਹੈ ਤੇ ਲੈਣ ਵਾਲੇ ਉਸ ਨੂੰ ਬਹੁਤ ਜ਼ਿਆਦਾ ਨੇ। ਇੱਕ ਹੱਥ ਨਾਲ ਤਾੜੀ ਨਹੀਂ ਵੱਜਦੀ। ਭਾਵ ਇਹਦਾ ਕੀ ਹੈ ਮਤਲਬ ਕਿ ਜਦੋਂ ਕਸੂਰਵਾਰ ਦੋਨੋਂ ਹੋਣ, ਦੋਨਾਂ ਧਿਰਾਂ ਦੀ ਬਰਾਬਰ ਗਲਤੀ ਹੋਵੇ ਤਾਂ ਉਦੋਂ ਕੀ ਕਿਹਾ ਜਾਂਦਾ ਹੈ ਕਿ ਇੱਕ ਹੱਥ ਨਾਲ ਤਾੜੀ ਨਹੀਂ ਵੱਜਦੀ। ਠੀਕ ਹੈ ਜੀ, ਕਿ ਦੋਨਾਂ ਜਣੇ ਦੀ ਗਲਤੀ ਹੈ, ਨਾ ਉਸਦਾ ਕਸੂਰ ਜ਼ਿਆਦਾ ਨਾ ਉਸਦਾ ਘੱਟ ਹੈ ਨਾ ਉਸਦਾ ਵਾਧਾ। ਭਾਵ ਕੀ ਹੈ ਕਿ ਅਗਰ ਗਲਤੀ ਹੋਈ ਹੈ ਤਾਂ ਦੋਨਾਂ ਪਾਸੋਂ ਬਰਾਬਰ ਹੋਈ ਹੈ ਕਿ ਇੱਕ ਹੱਥ ਨਾਲ ਕਦੇ ਵੀ ਤਾੜੀ ਨਹੀਂ ਵੱਜਦੀ। ਇੱਕ ਚੁੱਪ 100 ਸੁੱਖ। ਇਹ ਅਖਾਣ ਕਦੋਂ ਵਰਤਿਆ ਜਾਂਦਾ ਹੈ ਕਿ ਜਦੋਂ ਕਿਸੇ ਬਹੁਤੇ ਬੋਲੇ ਵਾਲੇ ਨੂੰ ਪ੍ਰੇਰਣਾ ਦੇ ਕੇ ਚੁੱਪ ਕਰਵਾਉਣਾ ਹੋਵੇ ਤਾਂ ਉਦੋਂ ਕਿਹਾ ਜਾਂਦਾ ਹੈ ਕਿ ਇੱਕ ਚੁੱਪ 100 ਸੁੱਖ। ਠੀਕ ਹੈ ਜੀ, ਕਿ ਜਦੋਂ ਬਹੁਤ ਬੋਲਣ ਵਾਲੇ ਨੂੰ ਚੁੱਪ ਕਰਵਾਉਣਾ ਹੋਵੇ ਤਾਂ ਉਦੋਂ ਇਹ ਐਗਜ਼ਾਮਪਲ ਦਿੱਤੀ ਜਾਂਦੀ ਹੈ, ਇਹ ਅਖਾਣ ਦਿੱਤਾ ਜਾਂਦਾ ਹੈ ਕਿ ਇੱਕ ਚੁੱਪ 100 ਸੁੱਖ। ਨੈਕਸਟ ਹੈ ਦਾਲ ਵਿੱਚ ਕੁਝ ਕਾਲਾ ਹੈ। ਭਾਵ ਕੀ ਹੈ ਕਿ ਜਦੋਂ ਆਪਾਂ ਨੂੰ ਕਿਸੇ ਚੀਜ਼ ਦੇ ਵਿੱਚ ਕੀ ਆ ਕੁਝ ਗੜਬੜੀ ਲੱਗੇ ਕੁਝ ਗਲਤੀ ਲੱਗੇ ਤਾਂ ਉਦੋਂ ਅਸੀਂ ਕੀ ਕਹਿੰਦੇ ਆ ਕਿ ਦਾਲ ਵਿੱਚ ਕੁਝ ਕਾਲਾ ਹੈ। ਭਾਵ ਕੀ ਹੈ ਕਿ ਸਾਨੂੰ ਪਤਾ ਲੱਗੇ ਕਿ ਜੋ ਕੰਮ ਹੋਇਆ ਜਾਂ ਜੋ ਕੰਮ ਹੋਣਾ ਉਸ ਦੇ ਵਿੱਚ ਕੁਝ ਗੜਬੜ ਹੈ ਤਾਂ ਉਸ ਸਮੇਂ ਅਸੀਂ ਇਹ ਅਖਾਣ ਵਰਤਦੇ ਹਾਂ ਕਿ ਦਾਲ ਵਿੱਚ ਕੁਝ
ਕਾਲਾ ਹੈ। ਹਾਥੀ ਦੇ ਦੰਦ ਖਾਣ ਦੇ ਹੋਰ ਦਿਖਾਉਣ ਦੇ ਹੋਰ, ਕਿ ਜਿਸ ਇਨਸਾਨ ਦੀ ਗੱਲਬਾਤ ਤਾਂ ਕੁਝ ਹੋਰ ਹੋਵੇ ਪਰ ਅੰਦਰੋਂ ਉਹ ਕੁਝ ਹੋਰ ਕਰਦਾ ਹੋਵੇ ਤਾਂ ਉਦੋਂ ਕਹਿੰਦੇ ਆ ਕਿ ਦੰਦ ਖਾਣ ਦੇ ਹਾਥੀ ਦੇ ਹੋਰ ਨੇ ਤੇ ਦਿਖਾਉਣ ਦੇ ਹੋਰ ਨੇ। ਭਾਵੇਂ ਇਹ ਬੋਲਦਾ ਕੁਝ ਹੋਰ ਹੈ ਤੇ ਕਰਦਾ ਕੁਝ ਹੋਰ ਹੈ। ਠੀਕ ਹੈ ਜੀ, ਇਹ ਆਪਣੇ ਅਖਾਣ ਦੇ ਤੇ ਮੈਂ ਉਮੀਦ ਕਰਦੀ ਹਾਂ ਕਿ ਤੁਹਾਨੂੰ ਅਖਾਣ ਕੀ ਹੁੰਦੇ ਆ, ਕਿੱਥੇ ਵਰਤੇ ਜਾਂਦੇ ਨੇ, ਚੰਗੀ ਤਰ੍ਹਾਂ ਸਮਝ ਆ ਗਏ ਹੋਣਗੇ। ਸੋ ਪਲੀਜ਼ ਚੈਨਲ ਨੂੰ ਜ਼ਿਆਦਾ ਤੋਂ ਜ਼ਿਆਦਾ ਲਾਈਕ, ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰਿਓ। ਥੈਂਕ ਯੂ।